ਅੱਜ ਫਿਰ ਇੱਕ ਨਵੇਂ ਮੁੱਦੇ ਦੇ ਨਾਲ ਸਾਡੇ ਨਾਲ ਇਕੋਨੋਮਿਸਟ ਸਰਦਾਰ ਜਗਜੀਤ ਸਿੰਘ ਕੋਚੜ ਇਹ ਸਾਨੂੰ ਇਹਦੇ ਬਾਰੇ ਦੱਸਣਗੇ। ਮੁੱਦਾ ਹੈ ਪੰਜਾਬ ਡੈਟ ਕਰਜ਼ੇ ਵਿੱਚ ਕਿਵੇਂ ਆਇਆ, ਕਿਉਂ ਆਇਆ, ਇਹਦੇ ਕਾਰਨ ਕੀ ਰਹੇ, ਇਹਦੀ ਹਿਸਟਰੀ ਕੀ ਰਹੀ, ਪੰਜਾਬ ਨੂੰ ਆਪਣਾ ਕਰਜ਼ਾ ਲਾਉਣ ਵਾਸਤੇ ਕੇਂਦਰ ਸਰਕਾਰ ਕੋਲ ਲਿਲੜੀਆਂ ਕਿਉਂ ਕੱਢਣੀਆਂ ਪੈਂਦੀਆਂ ਨੇ, ਕਿ ਪੰਜਾਬ ਕੋਲ ਆਪਣੇ ਕੋਈ ਅਧਿਕਾਰ ਹਨ, ਕੀ ਪੰਜਾਬ ਕਦੇ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਅਸੀਂ ਪੰਜਾਬ ਨੂੰ ਇਸ ਕਰਜ਼ੇ ਦੇ ਮੱਕੜ ਜਾਲ ਤੋਂ ਨਿਕਲਦੇ ਦੇਖ ਸਕਾਂਗੇ, ਅਸੀਂ ਕੀ ਡੈਟ ਫ੍ਰੀ ਹੋ ਸਕਾਂਗੇ। ਪਹਿਲਾਂ ਵੀ ਅਸੀਂ 2-3 ਸੈਸ਼ਨ ਸਰਦਾਰ ਜਗਜੀਤ ਸਿੰਘ ਜੀ ਨਾਲ ਕੀਤੇ ਨੇ ਡਿਫਰੈਂਟ ਵਿਊ ਪੁਆਇੰਟਸ ਤੇ। ਆਹ ਨਵਾਂ ਵਿਊ ਪੁਆਇੰਟ ਦੱਸੋ ਜਗਜੀਤ ਸਿੰਘ ਜੀ ਵੀ ਇਹ ਕੀ ਹੈ ਜਿਹੜਾ ਸਰਕਾਰ ਦਾ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਕੀ ਹੈ, ਇਹਦੇ ਬਾਰੇ ਸਾਨੂੰ ਦੱਸੋ ਵੀ ਕਿਵੇਂ ਜਿਹੜਾ ਇਹ ਡੈਟ ਜਿਹੜਾ ਕਰਜ਼ਾ ਜਿਹੜਾ ਪੰਜਾਬ ਤੇ ਚੜਿਆ ਇਹ ਕੀ ਹੈ, ਇਹ ਕੀ ਇਹ ਸਾਨੂੰ ਮਤਲਬ ਸਿੱਧੇ ਸਰਲ ਸ਼ਬਦਾਂ ਸਮਝਾਓ ਵੀ ਇਹ ਕੀ ਹੈ, ਸਾਨੂੰ ਦਰਸ਼ਕਾਂ ਨੂੰ ਸਮਝ ਆਵੇਗਾ। ਆਪਾਂ ਸਿੰਪਲੀ ਪਹਿਲੇ ਇਹਨਾਂ ਦੇ ਅਕਾਊਂਟਿੰਗ ਪ੍ਰੋਸੀਜਰ ਨੂੰ ਸਮਝੀਏ ਔਰ ਇਹ ਡੈਟ ਬਣਦਾ ਕਿਵੇਂ ਹੈ। ਸਾਡੇ ਦੋ, ਇੱਕ ਐਕਸਪੈਂਡੀਚਰ ਹੈ ਰੈਵਨਿਊ ਐਕਸਪੈਂਡੀਚਰ, ਇੱਕ ਹੈਗਾ ਕੈਪੀਟਲ ਐਕਸਪੈਂਡੀਚਰ ਔਰ ਇੱਕ ਹੈਗੀ ਸਾਡੀ ਵੇਜ਼ ਐਂਡ ਮੀਨਸ ਜਿੱਥੋਂ ਅਸੀਂ ਟੈਕਸਿਸ ਕਲੈਕਟ ਕਰਦੇ ਹਾਂ ਜਾਂ ਸੈਂਟਰਲ ਗਵਰਨਮੈਂਟ ਤੋਂ ਸਾਨੂੰ ਆਪਣਾ ਹਿੱਸਾ ਮਿਲਦਾ ਹੈ ਟੈਕਸਿਸ ਦਾ। ਸੋ ਇੱਕ ਤਰਫ ਆਮਦਨ ਹੈ ਔਰ ਇੱਕ ਤਰਫ ਖਰਚਾ ਹੈ। ਉਹ ਖਰਚਾ ਜਿਵੇਂ ਜਿਵੇਂ ਖਰਚਾ ਵਧੂਗਾ ਔਰ ਸਾਡੀ ਆਮਦਨ ਉੱਥੇ ਹੀ ਖੜੀ ਰਹੂਗੀ, that will convert into a debt। ਆਪਾਂ ਕਿੱਥੋਂ ਬੋਰੋ ਕਰਕੇ ਹੀ ਖਰਚਾ ਕਰ ਸਕਦੇ ਹਾਂ। ਅਲਟੀਮੇਟਲੀ ਫਾਈਨੈਂਸ ਇਜ਼ ਇਨਵੋਲਵਡ। ਸੋ ਸਿੰਪਲੀ ਸੇਇੰਗ ਜਿਹੜੇ ਖਰਚੇ ਅਸੀਂ ਕਰਦੇ ਹਾਂ, ਜਿਹੜੇ ਅਸੀਂ ਡਿਸੀਜ਼ਨ ਲੈਂਦੇ ਹਾਂ ਪੋਲੀਟੀਕਲੀ ਕਿ ਸਾਨੂੰ ਇਹ ਪਾਲਿਸੀ ਅਡਾਪਟ ਕਰਨੀ ਚਾਹੀਦੀ ਹੈ, ਉਹਦੇ ਨਾਲ ਸਾਡੇ ਖਰਚੇ ਜਾਂ ਸਾਡੇ ਉੱਤੇ ਜਿਹੜੀ ਲਾਇਬਿਲਿਟੀ ਆਉਂਦੀ ਹੈ ਖਰਚੇ ਕਰਨ ਦੀ, ਉਹਨੂੰ ਫਿਰ ਪੂਰਾ ਕਰਨ ਲਈ ਅਸੀਂ ਡੈਟ ਲੈਂਦੇ ਹਾਂ। ਦਿਸ ਇਜ਼ ਵਾਟ ਸਿੰਪਲੀ ਸੇਇੰਗ is the whole financial issue in front of us। I think for years together government have been spending more, खासकर गवर्नमेंट ऑफ पंजाब और मेरे ख्याल है हर स्टेट का यही हाल है, ਜਿਹੜੇ ਕਿ ਆਪਣੇ ਆਮਦਨ ਤੋਂ ਜ਼ਿਆਦਾ ਖਰਚੇ ਕਰਦੇ ਚਲੇ ਗਏ ਔਰ ਅੱਜ ਆਪਣੇ ਆਪ ਨੂੰ ਆਪਣੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਨੂੰ ਅਸੀਂ ਗਿਰਵੀ ਰੱਖ ਚੁੱਕੇ ਹਾਂ। ਆਪਾਂ ਦੇਖੀਏ ਅਗਰ ਕਲੋਜ਼ਲੀ ਕਿ ਸੈਂਟਰਲ ਗਵਰਨਮੈਂਟ ਦੀ ਅਥਾਰਟੀ ਸਾਡੀ ਰੋਜ਼ ਇਨਕਰੀਜ਼ ਹੁੰਦੀ ਚਲੀ ਜਾ ਰਹੀ ਹੈ। ਦੇ ਆਰ ਡਿਕਟੇਟਿੰਗ। ਹੁਣ ਰੀਸੈਂਟਲੀ ਸੈਂਟਰਲ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਇੱਕ ਡਿਕਟੇਸ਼ਨ ਦਿੱਤੀ ਕਿ ਜਿਹੜੀ ਤੁਸੀਂ ਫ੍ਰੀ ਇਲੈਕਟ੍ਰਿਸਿਟੀ ਦੇ ਰਹੇ ਹੋ ਉਹ ਤੁਸੀਂ ਅਗਰ ਬੰਦ ਨਹੀਂ ਕਰੋਗੇ, ਅਗਰ ਡਾਇਰੈਕਟ ਕ੍ਰੈਡਿਟ ਟੂ ਦ ਫਾਰਮਰ ਦੇ ਸਿਸਟਮ ਵਿੱਚ ਨਹੀਂ ਜਾਓਗੇ ਤੇ ਅਸੀਂ ਤੁਹਾਨੂੰ ਜਿਹੜੇ ਫਾਈਨੈਂਸ਼ੀਅਲ ਅਸਿਸਟੈਂਸ ਤੁਸੀਂ ਸਾਡੇ ਕੋਲੋਂ ਮੰਗ ਰਹੇ ਹੋ ਅਸੀਂ ਤੁਹਾਨੂੰ ਨਹੀਂ ਦਿਆਂਗੇ। ਹੁਣ ਇੱਕ ਬੜਾ ਹੀ ਸਿੰਪਲ ਜੀ ਗੱਲ ਲੱਗ ਰਹੀ, ਲੇਕਿਨ ਇਹਦੀ ਇੰਪਲੀਕੇਸ਼ਨ ਜਿਹੜੀਆਂ ਨੇ ਦੇ ਆਰ ਫਾਰ ਰੀਚਿੰਗ ਇੰਪਲੀਕੇਸ਼ਨ ਫॉर द फार्मिंग कम्युनिटी, फॉर आवर सर्वाइवल इटसेल्फ। पॉलिटिक्स ही पट्टी की हुई है सारी, तो यही है। ਇਹ ਮੈਂ ਤੁਹਾਨੂੰ ਖਾਲੀ ਇੱਕ ਐਗਜ਼ਾਮਪਲ ਦਿੱਤਾ ਹੈ, ਲੇਕਿਨ ਇਹਦੇ ਇਲਾਵਾ ਵੀ ਬਹੁਤ ਸਾਰੇ ਐਗਜ਼ਾਮਪਲਸ ਨੇ ਜਿੱਥੇ ਅਸੀਂ ਸੈਂਟਰਲ ਗਵਰਨਮੈਂਟ ਕੋਲ ਜਾ ਕੇ ਉਹਨਾਂ ਦੇ ਕੋਲੋਂ ਗੋਡੀ ਹੱਥ ਲਗਵਾ ਕੇ ਉਹਨਾਂ ਕੋਲੋਂ ਮਾਫੀਆਂ ਮੰਗ ਕੇ ਅਸੀਂ ਉਹਨਾਂ ਕੋਲੋਂ ਕੰਸੈਸ਼ਨ, ਕਈ ਵਾਰੀ ਉਹ ਸਾਡੇ ਸਿੰਪਲ ਅਧਿਕਾਰ ਵੀ ਹੁੰਦੇ ਨੇ, ਆਪਣੇ ਅਧਿਕਾਰਾਂ ਲਈ ਵੀ ਸਾਨੂੰ ਉੱਥੇ ਜਾ ਕੇ ਉਹਨਾਂ ਦੀ ਲੱਲੂ ਚੱਪੋ ਕਰਨੀ ਪੈਂਦੀ ਹੈ। ਮੱਕੜ ਜਾਲ, ਕਰਜ਼ੇ ਦਾ ਮੱਕੜ ਜਾਲ, ਡੈਟ ਟ੍ਰੈਪ ਜਿਹੜਾ ਇਹ ਹੈ ਕੀ ਹੈ, ਇਹਦੀ ਹਿਸਟਰੀ ਕੀ ਹੈ। 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਇਸ ਟਾਈਮ ਪੰਜਾਬ ਦੇ ਉੱਪਰ ਚੜ ਚੁੱਕਿਆ। 10,000 ਕਰੋੜ ਰੁਪਈਆ ਹਰ ਸਾਲ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਚੜ੍ਹਦਾ ਰਿਹਾ ਤੇ ਹੁਣ ਤਾਂ ਇਹ ਹੋਰ ਵੀ ਵੱਧ ਗਿਆ। ਇਹ ਕੀ ਹੈ, ਇਹਦੇ ਬਾਰੇ ਸਾਨੂੰ ਦੱਸੋ। ਵਾਟ ਇਜ਼ ਦਿਸ ਡੈਟ ਟ੍ਰੈਪ। ਆਪਾਂ ਨਾ ਇਹਦੀ ਹਿਸਟਰੀ ਚਾਹੀਏ। ਪੰਜਾਬ ਨੇ देयर वाज अ टाइम when Punjab was highest per capita income generating state, we were at the top first two, or that was led by green revolution। ਸਾਡੇ ਕਿਸਾਨਾਂ ਨੇ ਸਾਨੂੰ ਇੰਨਾ ਸੰਪੰਨ ਕੀਤਾ ਕਿ ਅਸੀਂ ਪੂਰੇ ਹਿੰਦੁਸਤਾਨ ਵਿੱਚ ਪਹਿਲੇ ਦੂਜੇ ਨੰਬਰ ਤੇ ਸੀਗੇ ਇਨਕਮ ਜਨਰੇਸ਼ਨ ਵਿੱਚ। ਹਰਿਤ ਕ੍ਰਾਂਤੀ ਸਾਡੀ ਲਿਆਂਦੀ ਹੋਈ ਹੈ, ਹਰਿਤ ਕ੍ਰਾਂਤੀ ਸਾਡੀ ਲਿਆਂਦੀ ਹੋਈ ਹੈ। ਔਰ ਲੇਕਿਨ ਉਹਦੇ ਨਾਲ ਹੀ ਅਸੀਂ ਇੱਕ ਡਿਫਰੈਂਟ ਟਰੈਪ ਵਿੱਚ ਫਸੇ। ਉਹ ਵੀ ਸੀਗਾ ਸੈਂਟਰਲ ਗਵਰਨਮੈਂਟ ਦਾ ਟਰੈਪ, ਜਿਹਦੇ ਵਿੱਚ ਇੱਕ APMC ਐਕਟ ਬਣਾਇਆ ਗਿਆ ਔਰ ਉਹ ਐਕਟ ਹੁਣ ਜਾ ਕੇ ਉਹਨਾਂ ਨੇ ਅਬੋਲਿਸ਼ ਕੀਤਾ ਹੈ
ਉਸ ਐਕਟ ਦੇ ਅੰਦਰ ਪੰਜਾਬ ਐਗਰੀਕਲਚਰ ਸੈਕਟਰ ਨੂੰ ਇਹ ਮੈਂਡੇਟਰੀ ਕਰਤਾ ਗਿਆ ਕਿ ਤੁਸੀਂ ਸਾਰਾ ਕੁਝ ਸਰਕਾਰ ਨੂੰ ਹੀ ਵੇਚਣਾ ਹੈ, ਜੋ ਬੋਓਗੇ ਉਹ ਸਰਕਾਰ ਨੂੰ ਵੇਚਣਾ ਹੈ, ਔਰ ਸਰਕਾਰ ਡਿਸਾਈਡ ਕਰਦੀ ਸੀ ਕਿ ਅਸੀਂ ਕਿਸਾਨਾਂ ਨੂੰ ਇਹਦਾ MSP ਮਿਨੀਮਮ ਸਪੋਰਟ ਪ੍ਰਾਈਸ ਕੀ ਦੇਣਾ ਹੈ। ਬਿਲਕੁਲ। ਅਗਰ ਸਾਰੀ ਹਿਸਟਰੀ ਉਠਾ ਲਓ, ਅੱਜ ਤੱਕ ਜਿੰਨੀ ਵੀ MSP ਕੈਲਕੂਲੇਸ਼ਨਾਂ ਹੋਈਆਂ ਨੇ, ਦੇ ਆਲ ਵਰ, even if done rightly, most of the recommendation of CACP ਜਿਹੜੀ ਇਹ ਕੈਲਕੂਲੇਸ਼ਨਾਂ ਕਰਦੀ ਹੈ, ਉਹਨਾਂ ਦੀ ਰਿਕਮੈਂਡੇਸ਼ਨ ਤੋਂ ਘੱਟ ਹੀ MSP ਡਿਸਾਈਡ ਕੀਤੀ ਗਈ। ਇੱਕ ਕੋਈ ਸਵਾਮੀਨਾਥਨ ਦੀ ਰਿਪੋਰਟ ਵੀ, ਉਹਨਾਂ ਦੀ ਵੀ ਬਥੇਰੀਆਂ ਰਿਪੋਰਟਾਂ ਨੇ ਜਿਹਦੇ ਵਿੱਚ ਉਹ ਕਦੀ ਮੰਨੀਆਂ ਨਹੀਂ ਗਈਆਂ। ਉਹਦੇ ਪਿੱਛੇ ਕਾਰਨ ਹੈ ਕਿਉਂਕਿ ਪੰਜਾਬ the moment they implement or they had implemented the recommendations, then ਪੰਜਾਬ ਕਦੀ ਵੀ ਡੈਟ ਟ੍ਰੈਪ ਵਿੱਚ ਨਾ ਫਸਦਾ। ਸਾਡੇ ਕੋਲ ਸਾਡਾ ਆਪਣਾ ਉਪਜ ਦੀ ਸਾਡੀ ਅਗਰ ਪੂਰੀ ਸਾਨੂੰ ਭਰਮਾਈ ਮਿਲਦੀ ਤੇ ਪੰਜਾਬ ਖੁਸ਼ਹਾਲ ਰਹਿਣਾ ਸੀਗਾ। ਇਹ ਜਿਹੜੀ ਆਪਾਂ ਇੱਕ ਪੀਰੀਅਡ ਆਇਆ ਸੀਗਾ ਜਿਹਦੇ ਵਿੱਚ ਆਪਾਂ ਕਾਫੀ ਡਿਸਟਰਬ ਰਹੇ, ਆਪਾਂ 80s ਦਾ ਜਿਹੜਾ ਪੀਰੀਅਡ ਮੰਨ ਲਈਏ, 80 ਦੇ ਦਸ਼ਕ ਦੇ ਦੌਰਾਨ, ਉਹਦੀ ਵੀ ਅਗਰ ਬੈਕਡ੍ਰੌਪ ਵਿੱਚ ਜਾਈਏ ਤਾਂ ਇਹੀ ਸੀਗੀ ਕਿ ਕਿਸਾਨੀ ਨੂੰ ਆਪਣਾ ਪੂਰਾ ਮੁਆਵਜ਼ਾ ਨਹੀਂ ਮਿਲਦਾ ਸੀਗਾ। ਉਹਦੀ ਇੱਕ ਫਰਸਟ੍ਰੇਸ਼ਨ ਸੀ, ਆਪਣੇ ਅਧਿਕਾਰ ਨਹੀਂ ਸੀ ਮਿਲ ਰਹੇ, ਉਹਦੀ ਕਿਤੋਂ ਨਾ ਕਿਤੋਂ ਉੱਥੇ ਹੀ ਤੁਰੀ ਸੀ। ਉਹਦੀ ਇੱਕ ਫਰਸਟ੍ਰੇਸ਼ਨ ਸੀਗੀ ਜਿਹਨੇ ਇੱਕ ਇੰਨੇ ਵੱਡੇ ਮੂਵਮੈਂਟ ਦਾ ਰਸਤਾ ਫੜਿਆ, ਔਰ ਉਹਦੇ ਜਿਹੜੇ ਉਹਦੇ ਰਿਜ਼ਲਟ ਹੈਗੇ ਨੇ, ਵੀ ਆਲ ਹੈਵ ਫੇਸਡ। ਸੋ ਇੱਕ ਫੇਜ਼ ਉਹ ਸੀਗਾ, ਦੈਟ ਇਜ਼ ਵਨ ਆਫ ਦ ਰੀਜ਼ਨਸ ਵੇਅਰ ਵੀ ਸਟਾਰਟਡ ਗੋਇੰਗ ਬੈਕ। ਉਹਦੇ ਵਾਸਤੇ ਵੀ ਇਹ ਮਤਲਬ ਉਹ ਕਾਲੇ ਦੌਰ ਦਾ ਕਰਜ਼ਾ ਜਿਹੜਾ ਇਹ ਕਹਿੰਦੇ ਨੇ ਸਾਡਾ ਉਹ ਪੂਰਾ ਮਾਫ ਹੋਣਾ ਚਾਹੀਦਾ, ਉਹ ਇੱਕ ਵੱਖਰਾ ਹੀ ਇਸ਼ੂ ਉਹ ਚੱਲਦਾ ਰਿਹਾ, ਸਰਕਾਰਾਂ ਹਰ ਇੱਕ ਹੀ ਚਲਾਉਂਦੀਆਂ ਰਹੀਆਂ। ਦਰਅਸਲ ਕੀ ਹੈ, ਉਹ ਵੀ ਵੱਡਾ ਇਸ਼ੂ ਨਹੀਂ ਸੀਗਾ, 5-7 ਹਜ਼ਾਰ ਕਰੋੜ ਰੁਪਏ ਦੀ ਸਾਰੀ ਗੱਲ ਸੀਗੀ। ਇਟ ਵਾਜ਼ ਨਾਟ ਅ ਵੈਰੀ ਬਿਗ ਅਮਾਊਂਟ ਐਟ ਦੈਟ ਮੋਮੈਂਟ। ਲੇਕਿਨ ਅਸਲੀ ਕਹਾਣੀ ਸ਼ੁਰੂ ਹੋਈ ਉਹਦੇ ਬਾਅਦ, ਜਦ ਅਸੀਂ ਨੋਰਮਲਸੀ 'ਚ ਆਏ ਤੇ ਜਿਹੜੀਆਂ ਵੀ ਸਰਕਾਰਾਂ ਰਹੀਆਂ, ਕਾਂਗਰਸ ਦੀ ਹੋਏ, ਅਕਾਲੀ ਦਲ ਦੀ ਹੋਏ, ਉਹਨਾਂ ਨੇ ਜਿਹੜੀਆਂ ਪਾਲਿਸੀਜ਼ ਅਡਾਪਟ ਕੀਤੀਆਂ, ਉਹਨਾਂ ਪਾਲਿਸੀਆਂ ਕਰਕੇ ਉਹਨਾਂ ਦਾ ਜਿਹੜਾ ਫੋਕਸ ਰਿਹਾ, ਉਹ ਮੈਂ ਅਗਰ ਪੂਰੀ ਹਿਸਟਰੀ ਵਿੱਚ ਜਾਵਾਂ ਤੇ ਜਿੱਥੇ ਇਨਵੈਸਟ ਹੋਣਾ ਚਾਹੀਦਾ ਸੀਗਾ ਉੱਥੇ ਇਨਵੈਸਟ ਕੀਤਾ ਨਹੀਂ। ਸਾਡੇ ਐਜੂਕੇਸ਼ਨ ਸੈਕਟਰ, ਸਾਡੇ ਵਾਟਰ ਸੈਨੀਟੇਸ਼ਨ, ਐਜੂਕੇਸ਼ਨ, ਹੈਲਥ, ਉਹ ਸੈਕਟਰ ਨੈਗਲੈਕਟ ਰਹੇ। ਲੇਕਿਨ ਅਸੀਂ ਸੈਂਟਰਲ ਗਵਰਨਮੈਂਟ ਨੂੰ ਖੁਸ਼ ਕਰਨ ਲਈ, ਮਤਲਬ ਇਸ ਤੋਂ ਵੱਡੀ ਮੈਂ ਕਿ ਫਾਈਨੈਂਸ਼ੀਅਲ ਹਾਰਾਕਿਰੀ ਕਹਿੰਦੇ ਆਪਾਂ ਇਹਨੂੰ, ਉਹ ਹੋ ਨਹੀਂ ਸਕਦੀ ਕਿ ਪੰਜਾਬ ਨੇ ਕਦੀ ਵੀ ਸੈਂਟਰਲ ਗਵਰਨਮੈਂਟ ਕੋਲੋਂ ਜਿਹੜੀ ਅਸੀਂ ਫ੍ਰੀ ਇਲੈਕਟ੍ਰਿਸਿਟੀ ਦੇ ਰਹੇ ਹਾਂ, ਜਿਹੜਾ ਅਸੀਂ ਪਾਣੀ ਫ੍ਰੀ ਦੇ ਰਹੇ ਹਾਂ ਐਗਰੀਕਲਚਰ ਸੈਕਟਰ ਨੂੰ, ਉਹਦੀ ਕਾਸਟ ਨੂੰ ਉਹ ਨਾ ਤਾਂ CACP ਨੇ ਕਦੀ ਕੰਸੀਡਰ ਕੀਤਾ, ਨਾ ਪੰਜਾਬ ਗਵਰਨਮੈਂਟ ਨੇ ਕਦੀ ਕਲੇਮ ਕੀਤਾ ਸੈਂਟਰਲ ਗਵਰਨਮੈਂਟ ਕੋਲੋਂ। ਅੱਜ ਅਗਰ ਅਸੀਂ 2.5 ਲੱਖ ਕਰੋੜ ਰੁਪਏ ਦਾ ਡੈਟ ਹੈਗਾ ਤੇ ਅਸੀਂ ਅਗਰ ਪਿਛਲੇ 20 ਸਾਲਾਂ ਦਾ ਹੀ ਲੈ ਲਈਏ ਟੋਟਲ, ਤੇ ਜੋ ਅਸੀਂ ਫ੍ਰੀ ਇਲੈਕਟ੍ਰਿਸਿਟੀ ਔਰ ਵਾਟਰ ਦੀ ਕਾਸਟ ਰਿਕਵਰ ਨਹੀਂ ਕੀਤੀ, ਕਿਉਂਕਿ ਆਪਾਂ ਤਾਂ ਖਾਲੀ ਸਰਕਾਰ ਨੂੰ ਵੇਚ ਸਕਦੇ ਸੀਗੇ। ਜੇ ਸਰਕਾਰ ਨੂੰ ਵੇਚਣਾ ਸੀ ਤੇ ਸਾਡਾ ਇੱਕ ਫਾਰਮੂਲਾ ਐਕਸੈਪਟਡ ਗਲੋਬਲੀ ਸੀਗਾ ਕਿ ਇਟ ਸ਼ੁੱਡ ਬੀ ਕਾਸਟ ਪਲਸ ਬੇਸਿਸ। ਹਾਊ ਕੈਨ ਦੇਅਰ ਬੀ ਅ ਕੈਲਕੂਲੇਸ਼ਨ ਆਫ ਕਾਸਟ which does not include the cost of electricity and water? ਠੀਕ ਹੈ ਨਾ। ਅਗਰ ਉਹਨਾਂ ਦਾ ਆਰਗੂਮੈਂਟ, ਜਿਹੜੀ ਮੇਰੀ ਗੱਲਬਾਤ ਹੋਈ CACP ਦੇ ਮੈਂਬਰਸ ਨਾਲ, I also spoke to Mr. Johal, SS Johal, ਸਾਡੇ ਜਸਦਾਰ ਸਿੰਘ ਜੀ ਹੈਗੇ ਨੇ, he is a noted world renowned economist। ਮੈਂ ਉਹਨਾਂ ਕੋਲੋਂ ਪੁੱਛਿਆ, ਮੈਂ ਕਿਹਾ, he was a chairman of CACP, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇਹ ਦੱਸੋ ਇਹ ਕੈਲਕੂਲੇਸ਼ਨ ਵਿੱਚ ਵਾਟਰ ਐਂਡ ਇਲੈਕਟ੍ਰਿਸਿਟੀ ਕਾਸਟ ਕਿਉਂ ਨਹੀਂ ਆ ਰਹੀ? ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿਉਂਕਿ ਫਾਰਮਰ ਉਹ ਦੇ ਨਹੀਂ ਰਿਹਾ, ਉਹਨੂੰ ਫ੍ਰੀ ਹੈ ਤੇ ਉਹ ਅਸੀਂ ਫਾਰਮਰ ਲਈ MSP ਡਿਸਾਈਡ ਕਰਨੇ ਆ, ਇਸ ਵਾਸਤੇ ਉਹਦੇ ਵਿੱਚ ਇਟ ਵਾਜ਼ ਅ ਵੈਰੀ ਵੈਲਿਡ ਆਰਗੂਮੈਂਟ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਇੱਥੇ ਪੈਦਾਵਾਰ ਵਿੱਚ ਸਾਨੂੰ ਕੋਈ ਕਾਸਟ ਨਹੀਂ ਪੈ ਰਹੀ। ਅਗਰ ਫਾਰਮਰ ਨਹੀਂ ਦੇ ਰਿਹਾ ਤੇ ਸਰਕਾਰ ਇਨਕਰ ਕਰ ਰਹੀ ਹੈ। ਸਾਡਾ ਇੱਕ ਸਾਡਾ ਇੱਕ ਕਲੇਮ ਬਣਦਾ ਸੀਗਾ ਸਾਡੇ ਪੰਜਾਬ ਵਿੱਚ, ਅਸੀਂ ਹੈਗੇ ਹਾਂ ਇਮੋਸ਼ਨਲੀ ਡਰਿਵਨ ਜਨਰੇਸ਼ਨ। ਜਿਹੜੇ ਸਿੱਖੀ ਹੈ ਨਾ, ਉਹ ਹਮੇਸ਼ਾ ਤਿਆਗ, ਅਸੀਂ ਦੇ ਕੇ ਰਾਜੀ ਹਾਂ। ਅਸੀਂ ਇਹਨੂੰ ਵੱਡਾ ਤਿਆਗ ਕਰ ਰਹੇ ਹਾਂ। ਅਸੀਂ ਪੂਰੇ ਹਿੰਦੁਸਤਾਨ ਦੀ ਫੂਡ ਸਿਕਿਉਰਿਟੀ ਲਈ ਅਸੀਂ ਇੰਨੀ ਪੈਦਾਵਾਰ ਕਰਦੇ ਹਾਂ, ਅਸੀਂ ਬੜੇ ਖੁਸ਼ ਹਾਂ ਇਸ ਗੱਲ ਨੂੰ। ਲੇਕਿਨ ਉਹਦੇ ਲਈ ਜੋ ਅਸੀਂ ਫਾਈਨੈਂਸ਼ੀਅਲ ਸੈਕਰੀਫਾਈਸ ਕਰ ਰਹੇ ਹਾਂ,
ਜਿਹਦਾ ਅਹਿਸਾਸ ਵੀ ਸਾਨੂੰ ਨਹੀਂ ਹੁੰਦਾ, ਜਿਹੜਾ ਸਾਡਾ ਹੱਕ ਬਣਦਾ ਹੈ, ਕਲੇਮ ਬਣਦਾ ਹੈ, ਜੋ ਅਸੀਂ ਕਦੀ ਵੀ there is not even a single file which has been sent to the central government claiming ਕਿ ਸਾਨੂੰ ਇਹ ਜਿਹੜਾ ਇਲੈਕਟ੍ਰਿਸਿਟੀ ਦਾ ਐਕਸਪੈਂਸ ਹੈ ਉਹ ਤੁਸੀਂ ਅਗਰ ਫਾਰਮਰ ਨੂੰ ਦਿਓ ਸਾਨੂੰ ਰਿੰਬਰਸ ਕਰੋ। ਫਾਰਮਰ ਨੂੰ ਵੀ ਜਿਹੜਾ ਦਿੱਤਾ ਗਿਆ, ਫਾਰਮਰਸ ਨੂੰ ਜਿਹੜੀਆਂ ਸਬਸਿਡੀਆਂ ਦਿੱਤੀਆਂ ਗਈਆਂ, ਜੇ ਉਹ ਫਾਰਮਰ ਵਾਸਤੇ ਲਾਹੇਵੰਦ ਹੁੰਦੀਆਂ ਤੇ ਕਿਸਾਨ ਕਰਜ਼ੇ ਵਿੱਚ, ਕਿਸਾਨ ਉਸ ਇੱਕ ਨਵੇਂ ਡੈਟ ਟ੍ਰੈਪ 'ਚ ਕਿਉਂ ਫਸਦਾ ਤੇ ਕਿਉਂ ਖੁਦਕਸ਼ੀਆਂ ਕਰਦਾ? ਇਹ ਪਾਲਿਸੀ ਕੋਈ ਮਤਲਬ ਸਮਝ ਨਹੀਂ ਆਈ। ਐਕਚੁਅਲੀ ਉਹਨਾਂ ਤੱਕ ਚੀਜ਼ ਪਹੁੰਚੀ ਨਹੀਂ, ਸਬਸਿਡੀ ਨਾਲ ਉਹਨੂੰ ਕੋਈ ਬਹੁਤਾ ਬੈਨੀਫਿਟ ਨਹੀਂ ਮਿਲਿਆ ਨਾ। ਉਹਦੇ ਪਿੱਛੇ ਵੀ ਕਾਰਨ ਹੈ ਨਾ ਕਿ ਤੁਹਾਡਾ ਪ੍ਰਾਈਸ ਡਿਸਾਈਡ ਕਰਦੀ ਹੈ ਸੈਂਟਰਲ ਗਵਰਨਮੈਂਟ, ਠੀਕ ਹੈ, ਔਰ ਸੈਂਟਰਲ ਗਵਰਨਮੈਂਟ ਉਹ ਡਿਸਾਈਡ ਕਰਦੀ ਹੈ ਪੰਜਾਬ ਨੂੰ ਅਸੀਂ ਕਿੰਨਾ ਕਿਸ ਲੈਵਲ ਤੇ ਰੱਖਣਾ ਹੈ ਇਕਨੋਮਿਕਲੀ। यानी कि साडी फाइनेंशियल डेस्टिनी जस्ट बिकॉज ऑफ दिस वन पर्टिकुलर टूल इज इन दी हैंड ऑफ सेंट्रल गवर्नमेंट, ਜਿਹੜੇ डिसाइड करते हैं पंजाब के किसानों ਨੂੰ ਅਸੀਂ ਕਿੰਨੇ ਪੈਸੇ ਦੇ ਦਈਏ, ਔਰ ਜਿੰਨੇ ਪੈਸੇ ਉਹ ਡਿਸਾਈਡ ਕਰਦੇ ਨੇ ਉਹਦੇ ਨਾਲ ਕਿਸਾਨ ਦੀ ਐਕਚੁਅਲ ਕਾਸਟ ਉਹ ਵੀ ਰਿਕਵਰ ਨਹੀਂ ਹੁੰਦੀ। ਸੋ ਇਹ ਜਿਹੜਾ ਸਾਡੀ ਜਿਹੜੀ ਕਮਜ਼ੋਰੀ ਅਸੀਂ ਇੰਨੇ ਸਾਲਾਂ ਤੋਂ ਜਿਹੜਾ APMC ਐਕਟ ਦੇ ਦੁਆਰਾ ਅਸੀਂ ਅਫੀਮ ਜੀ ਲੈ ਕੇ ਬਹਿ ਗਏ, ਦੈਟ ਇਜ਼ ਵਨ ਆਫ ਦ ਰੀਜ਼ਨਸ, ਜਿਸ ਕਰਕੇ ਮੈਂ ਇੱਕ ਛੋਟੀ ਜਿਹੀ ਕੈਲਕੂਲੇਸ਼ਨ ਅਗਰ ਤੁਹਾਨੂੰ ਦਿਆਂ ਤੇ ਅੱਜ ਅਸੀਂ ਅਗਰ 20 ਸਾਲ ਦਾ ਜਿਹੜਾ ਫ੍ਰੀ ਇਲੈਕਟ੍ਰਿਸਿਟੀ ਦਿੱਤੀ ਹੈ ਉਹ ਪਾਣੀ ਦੀ ਕਾਸਟ ਰਿਕਵਰ ਨਹੀਂ ਕੀਤੀ, ਉਹਦੀ ਅਗਰ ਪ੍ਰੈਜ਼ੈਂਟ ਵੈਲਿਊ ਮੈਂ ਦੇਖਾਂ ਇਟ ਇਜ਼ ਡਬਲ ਦੀ ਅਮਾਊਂਟ ਦੈਨ what debt we have on our head. So only on one account itself ਅਸੀਂ ਇੰਨਾ ਵੱਡਾ ਸੈਕਰੀਫਾਈਸ ਹਿੰਦੁਸਤਾਨ ਲਈ ਕਰਕੇ ਬੈਠੇ ਆ, ਜਿਹਦੀ ਕੋਈ ਰਿਕੋਗਨੀਸ਼ਨ ਨਹੀਂ, ਇਹ ਜੀ ਕੋਈ ਪਾਲਿਸੀ ਵੀ ਨਹੀਂ ਹੈ, ਨਾ ਤਾਂ ਰਿਕੋਗਨੀਸ਼ਨ ਨਾ ਕਦੇ ਮੰਗਿਆ ਗਿਆ। ਇਹ ਕਰਕੇ ਹੱਕ ਸੀ, ਸਾਡਾ ਹੱਕ ਸੀਗਾ, ਸਾਨੂੰ ਇਹ ਮੰਗਣਾ ਚਾਹੀਦਾ ਸੀ। ਸਾਡੇ I have not seen any document. It can be done even now. It can be done. It should have been done. So this is one of the reasons. ਇਹ ਹੋ ਗਿਆ ਸਾਡਾ ਖਰਚੇ ਵਾਲਾ ਪਾਸਾ। ਜਿਹੜੇ ਇਲੈਕਟ੍ਰਿਸਿਟੀ ਫ੍ਰੀ ਦੇਣਾ ਇਹ ਸਾਡਾ ਇੱਕ ਪੋਲਿਸੀ ਡਿਸੀਜਨ ਸੀਗਾ, ਇਹ ਖਰਚਾ ਸੀ ਜਿਹੜਾ 3-4 ਹਜ਼ਾਰ ਤੋਂ ਸ਼ੁਰੂ ਹੋਇਆ, 3-4 ਹਜ਼ਾਰ ਕਰੋੜ ਤੋਂ ਸ਼ੁਰੂ ਹੋਇਆ, ਹੁਣ 6-7 ਹਜ਼ਾਰ ਕਰੋੜ 10 ਹਜ਼ਾਰ ਕਰੋੜ ਤੱਕ ਜਾਣ ਦੀ ਤਿਆਰੀ 'ਤੇ ਹੈ ਕਿਉਂਕਿ ਇਲੈਕਟ੍ਰਿਸਿਟੀ ਇੰਨੀ ਮਹਿੰਗੀ ਹੋ ਗਈ। ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਕਿਉਂਕਿ ਅਸੀਂ ਬਹੁਤ ਸਾਰੀ ਆਪਣੀ ਇਨਐਫੀਸ਼ੀਐਂਸੀ PSEB ਕੀ ਕਰਦੀ ਸੀ ਕਿਉਂਕਿ ਕਦੀ ਮੀਟਰਿੰਗ ਹੁੰਦੀ ਨਹੀਂ ਐਗਰੀਕਲਚਰ ਸੈਕਟਰ ਨੂੰ। ਸੋ ਉਹ ਜਿਹੜੇ ਟਰਾਂਸਮਿਸ਼ਨ ਲਾਸਿਸ ਨੇ ਅਗਰ ਉਹ 30% ਨੇ ਤੇ ਉਹਨਾਂ ਨੇ ਕੀ ਕਰਨਾ, ਦਿਖਾਣੇ ਖਾਲੀ 15%, ਉਹ 15% ਪਾ ਦੇਣੇ ਐਗਰੀਕਲਚਰ ਸੈਕਟਰ ਨੂੰ ਕਿਉਂਕਿ ਉੱਥੇ ਮੀਟਿੰਗ ਕੋਈ ਹੈ ਨਹੀਂ। ਸੋ ਉਸ ਕਰਕੇ ਵੀ ਜਿਹੜੀ ਤੁਸੀਂ ਹੁਣੇ ਗੱਲ ਛੇੜੀ ਸੀਗੀ ਕਿ ਕਿਸਾਨਾਂ ਨੂੰ ਭਾਵੇਂ ਫ੍ਰੀ ਬਿਜਲੀ ਦੀ ਆਪਾਂ ਗੱਲ ਕਰਦੇ ਹਾਂ ਲੇਕਿਨ ਉਹ ਫ੍ਰੀ ਬਿਜਲੀ ਉਹਨਾਂ ਨੂੰ ਮਿਲੀ ਕਿ ਨਹੀਂ ਮਿਲੀ, ਉਹ ਐਕਚੁਅਲੀ ਉਹਦੇ ਵਿੱਚ ਵੀ ਜਿਹੜਾ ਇਹ ਇੱਕ ਆਸਪੈਕਟ ਹੈਗਾ ਕਿਉਂਕਿ ਮੀਟਿੰਗ ਕਦੀ ਹੋਈ ਨਹੀਂ ਔਰ ਉਸ ਮੀਟਿੰਗ ਨਾ ਹੋਣ ਕਰਕੇ ਅਸੀਂ ਜਿੰਨਾ ਐਕਚੁਅਲ ਉਹਦੀ ਦਿਖਾ ਰਹੇ ਹਾਂ ਕਿ ਅਸੀਂ ਇਲੈਕਟ੍ਰਿਸਿਟੀ ਸਪਲਾਈ ਕੀਤੀ ਉਨੀ ਸਪਲਾਈ ਹੋਈ ਜਾਂ ਨਹੀਂ ਹੋਈ ਇਜ਼ ਏ ਡਾਊਟ, ਇਜ਼ ਏ ਕੁਐਸਚਨ। ਇਹ ਤਾਂ ਬੜਾ ਕਲੀਅਰ ਸੀ ਨਾ, ਮਤਲਬ ਕਿ ਸਰਕਾਰਾਂ ਨੂੰ ਜਦੋਂ ਇਹ ਆਪਣਾ ਬਿਜਾਈ ਦਾ ਟਾਈਮ ਆਉਂਦਾ ਸੀ ਸਖਤੀ ਕਰਨੀ ਪੈਂਦੀ ਸੀ ਵੀ ਪਿੰਡਾਂ ਨੂੰ ਬਿਜਲੀ ਦਿਓ, ਅਦਰਵਾਈਜ਼ ਤਾਂ ਉੱਥੇ ਅੱਧਾ ਘੰਟਾ ਬਿਜਲੀ ਆਉਂਦੀ, ਸਾਰਾ ਦਿਨ ਬਿਜਲੀ ਨਹੀਂ ਆਉਂਦੀ। ਇਹ ਖਬਰਾਂ ਲੱਗਦੀਆਂ ਰਹੀਆਂ, ਸਭ ਕੁਝ ਮੀਡੀਆ 'ਚ ਸਾਰਾ ਕੁਝ ਹੈਗਾ। ਇਹ ਜਿਹੜੀ ਚੀਜ਼ਾਂ ਸੀਗੀਆਂ ਇਹ ਤੇ ਹੋ ਗਿਆ ਸਾਡਾ ਐਕਸਪੈਂਸ ਵਾਲੇ ਸਾਈਡ। ਆਪਾਂ ਐਕਸਪੈਂਸ ਵਾਲੇ ਨੂੰ ਹੋਰ ਥੋੜਾ ਫੜ ਲਈਏ। ਮੈਂ ਹੁਣ ਤੁਹਾਨੂੰ ਦੱਸਿਆ ਕਿ ਕਿਵੇਂ ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਪੰਜਾਬ ਗਵਰਨਮੈਂਟ ਨੂੰ ਫ੍ਰੀ ਇਲੈਕਟ੍ਰਿਸਿਟੀ ਨਹੀਂ ਦੇਣੀ ਚਾਹੀਦੀ ਸੀ ਜਾਂ ਪਾਣੀ ਫ੍ਰੀ ਨਹੀਂ ਦੇਣਾ ਚਾਹੀਦਾ ਸੀ। ਮੈਂ ਕਹਿ ਰਿਹਾ ਜੋ ਤੁਸੀਂ ਫ੍ਰੀ ਦਿੱਤਾ ਉਹ ਤੁਹਾਡਾ ਹੱਕ ਸੀਗਾ ਸੈਂਟਰਲ ਗਵਰਨਮੈਂਟ ਕੋਲੋਂ ਲੈਣਾ, ਜੋ ਤੁਸੀਂ ਲਿਆ ਨਹੀਂ। ਪਹਿਲੀ ਗੱਲ ਤੇ ਹੋ ਗਈ ਹੈ। ਦੂਜਾ ਇਸ਼ੂ ਇਹ ਹੈਗਾ ਕਿ ਅਸੀਂ ਖਰਚੇ ਜਿੰਨਾ ਵੀ ਖਰਚਾ ਕੀਤਾ ਜਿਹੜਾ ਅਸੀਂ ਇਹ ਹਰ ਸਾਲ 10-15 ਹਜ਼ਾਰ ਕਰੋੜ ਰੁਪਇਆ ਖਰਚਾ ਕਰਦੇ ਹਾਂ ਉਹਦੇ ਵਿੱਚ ਜੋ ਵੀ ਖਰਚਾ ਕੈਪੀਟਲ ਫਾਰਮੇਸ਼ਨ ਵਾਸਤੇ ਹੋਇਆ ਹੈ ਨਾ, ਭਾਵੇਂ ਉਹਦੇ ਲਈ ਲੈਂਡ ਐਕਵੀਜ਼ੀਸ਼ਨ ਹੈ, ਭਾਵੇਂ ਉਹਦੇ ਲਈ ਜਿਹੜੀਆਂ ਰੋਡਸ ਵਗੈਰਾ ਬਣਾਈਆਂ ਗਈਆਂ, ਜਿਹੜੀ ਗਵਰਨਮੈਂਟ ਦੀ ਜਾਂ ਪੋਲੀਟੀਕਲ ਪਾਰਟੀ ਦੀ ਜਾਂ ਪੋਲੀਟੀਕਲ ਸਿਸਟਮ ਦੀ ਜਿਹੜੀ ਪ੍ਰਾਇੋਰਿਟੀਜ਼ ਸੀਗੀਆਂ ਉਹ ਕੇਵਲ ਉੱਥੇ ਇਨਵੈਸਟ ਕਰਦੇ ਚਲੇ ਗਏ ਜਿੱਥੋਂ ਉਹਨਾਂ ਦੀ ਕੋਈ ਨਾ ਕੋਈ ਆਮਦਨੀ ਦਾ ਸੋਰਸ, ਭਾਵੇਂ ਉਹਨਾਂ ਸੜਕਾਂ 'ਤੇ ਉਹਨਾਂ ਦੀਆਂ ਬੱਸਾਂ ਚੱਲਣੀਆਂ ਹੋਣ, ਸਰਕਾਰ ਦਾ ਨਹੀਂ ਪਰਸਨਲ, ਮੈਂ ਪਰਸਨਲ ਦੀ ਗੱਲ, ਮੈਂ ਪਾਲਿਸੀਜ਼ ਦੀ ਗੱਲ ਕਰ ਰਿਹਾ। ਜਿਹੜੀਆਂ ਪਾਲਿਸੀਆਂ ਬਣੀਆਂ, ਜਿਹਨੇ ਵੀ ਡਿਸਾਈਡ ਕੀਤਾ ਕਿ ਆਪਾਂ ਇਹ ਪਹਿਲੇ ਫਲਾਈਓਵਰ ਬਣਾ ਦਿਓ, ਇਹ ਸੜਕਾਂ ਬਣਾ ਦਿਓ,
ਇਹ ਸੜਕਾਂ ਬਿਲਕੁਲ ਕਲੀਨ ਹੋਣੀ ਚਾਹੀਦੀਆਂ ਕਿਉਂਕਿ ਮੇਰੀ ਮਰਸੀਡੀਜ਼ ਬੱਸਾਂ ਚੱਲਣੀਆਂ ਉਹਦੇ ਉੱਤੇ। ਸੋ ਇਹ ਜਿਹੜੇ ਡਿਸੀਜਨ ਲਏ ਗਏ ਉਹਨਾਂ ਨੇ ਵੀ ਪੰਜਾਬ ਤੇ ਕਾਫੀ ਬੋਝਾ, these were productive only for the private operators, politician. Infrastructure on the cost of state For the politician. beneficial of the politician. ਇਹ create ਕੀਤਾ ਗਿਆ। I think that was also, instead of investing on education, ਜਿਹੜਾ ਅਸੀਂ 15,000 ਕਰੋੜ ਰੁਪਏ ਸਾਲ ਦਾ ਲੈ ਰਹੇ ਹਾਂ, ਅਗਰ ਅਸੀਂ ਉਹ ਐਜੂਕੇਸ਼ਨ ਇਨਫਰਾਸਟ੍ਰਕਚਰ ਤੇ ਇਨਵੈਸਟ ਕਰਦੇ, ਹੈਲਥ ਕੇਅਰ ਤੇ ਇਨਵੈਸਟ ਕਰਦੇ, ਸੈਨੀਟੇਸ਼ਨ ਤੇ ਇਨਵੈਸਟ ਕਰਦੇ, एनवायरमेंट ਤੇ ਇਨਵੈਸਟ ਕਰਦੇ ਤੇ ਪੰਜਾਬ ਦੀ ਹਾਲਤ ਹੀ ਕੁਝ ਹੋਰ ਹੋਣੀ ਸੀਗੀ, ਹੈ ਨਾ। ਸੋ ਇਹ ਤੇ ਹੋ ਗਈਆਂ ਕੁਝ ਇੱਕ ਚੀਜ਼ਾਂ। ਮੈਂ ਬਹੁਤ ਹੀ ਬ੍ਰੌਡ ਗੱਲਾਂ ਕਰ ਰਿਹਾ, ਆਈ ਐਮ ਨਾਟ ਗੋਇੰਗ ਟੂ ਸਪੈਸੀਫਿਕ ਡਿਟੇਲਸ। ਨਹੀਂ, then there are lots of scams, you know, liquor। ਇਹ ਤੇ ਹੋ ਗਈ ਇਹ ਵਾਲੀ ਗੱਲ। ਉਹ ਜਿਹੜੀ ਤੁਸੀਂ ਲਿਕਰ ਵਾਲੀ ਗੱਲ ਕਰ ਰਹੇ ਹੋ ਉਹ ਇਹ ਆਮਦਨੀ ਵਾਲੇ ਪਾਸੇ, ਜਿਹੜੇ ਬਾਕੀ ਸਟੇਟਾਂ ਨਾਲ ਕੰਪੇਅਰ ਕਰੀਏ, ਸੋ ਪਰ ਕੈਪੀਟਾ ਇਨਕਮ ਵਿਚ ਸਟੇਟ ਗਵਰਨਮੈਂਟ ਜਨਰੇਟਸ ਇਜ਼ ਵੈਰੀ ਲੋ ਐਜ਼ ਕੰਪੇਅਰ ਟੂ ਅਦਰ ਸਟੇਟ। ਅਸੀਂ ਕੀ ਠੀਕ ਨਹੀਂ ਕਰ ਰਹੇ, ਉਹਦੇ ਵਿੱਚ ਆਈ ਥਿੰਕ ਬੜਾ ਵੱਡਾ ਰੋਲ ਜਿਹੜੇ ਡਿਫਰੈਂਟ ਪੋਲੀਟੀਕਲ ਨੈਕਸਸ ਵਾਲੇ ਮਾਫੀਆ ਬਣੇ, ਭਾਵੇਂ ਉਹ ਲੈਂਡ ਮਾਫੀਆ ਹੈ, ਉਹ ਜ਼ਮੀਨਾਂ ਅਕਵਾਇਰ ਹੀ ਉੱਥੇ, ਜ਼ਮੀਨਾਂ ਖਰੀਦਦੇ ਹੀ ਉੱਥੇ ਗਏ ਜਿੱਥੇ ਉਹਨਾਂ ਨੇ ਆਪਣੇ ਪ੍ਰੋਜੈਕਟਸ ਲਾਏ। ਸੜਕਾਂ ਦੇ ਰੁੱਖ ਮੋੜ ਤੇ ਗਏ ਸੋ ਦੈਟ ਕਿ ਸੜਕਾਂ ਉੱਥੋਂ ਨਿਕਲਣ ਜਿੱਥੇ ਉਹਨਾਂ ਦੀ ਜ਼ਮੀਨ ਪੈਂਦੀ ਹੈ। ਇਹ ਵੀ ਜਦ ਅਸੀਂ ਸਰਕਾਰ ਲਈ ਐਕਵਾਇਰ ਕਰਨ ਲਈ ਜ਼ਮੀਨ ਦੀ ਕਾਸਟ ਇੰਨੀ ਹੈਵੀ ਪੇ ਕਰਾਂਗੇ, ਉਹ ਕਾਸਟ ਵੀ ਤੇ ਅਸੀਂ ਦੇਣੀ ਹੈ, ਉਹ ਵੀ ਸਰਕਾਰ ਦੇ ਉੱਤੇ ਬੋਝ ਹੀ ਆਉਣਾ ਹੈ ਨਾ। ਸੋ ਦੈਟ ਇਜ਼ ਵਨ। ਸੋ ਲੈਂਡ ਮਾਫੀਆ, ਦੂਜਾ ਸੈਂਡ ਮਾਫੀਆ। ਜੇ ਇੰਨੀ ਓਨੈਸਟ ਇਨਕਮ ਸੈਂਡ ਤੋਂ ਆਉਣੀ ਚਾਹੀਦੀ ਸੀਗੀ ਉਹ ਕਦੀ ਆਈ ਨਹੀਂ। ਉਹ ਪੋਲੀਟੀਸ਼ੀਅਨਾਂ ਨੇ ਆਪਣੇ, ਔਰ this does not require any kind of a proof, we all are aware of it. Even Minister Navjot Singh Sidhu, who used to be minister, now he is ex-minister, he said ਕਿ ਬਾਕੀ ਸਟੇਟਸ ਜਿਹੜੀਆਂ ਕੁਝ ਸਟੇਟਸ ਨੇ ਉਹ ਸੈਂਡ ਤੋਂ ਇੰਨਾ ਪੈਸਾ ਕਮਾ ਰਹੀਆਂ, why not Punjab? And last is the liquor trade. ਨਵਜੋਤ ਸਿੱਧੂ ਨੇ ਰੀਸੈਂਟਲੀ ਇੱਕ ਕੈਲਕੂਲੇਸ਼ਨ ਕਰਨਾਟਕਾ ਨਾਲ ਕੰਪੇਅਰ ਕਰਕੇ ਦਿੱਤੀ ਸੀ। ਆਈ ਥਿੰਕ ਦੈਟਸ ਅ ਵੈਰੀ ਗੁੱਡ ਕੰਪੈਰੀਜ਼ਨ ਟੂ ਡੂ। ਲੇਕਿਨ ਮੈਨੂੰ ਇਹ ਲੱਗ ਰਿਹਾ ਕਿ ਉਹਦੀ ਥੋੜੀ ਹੋਰ ਡੈਪਥ 'ਚ ਜਾਣ ਦੀ ਜ਼ਰੂਰਤ ਹੈਗੀ ਹੈ ਕਿ ਇਹ ਸਾਰਾ ਲਿਕਰ ਦਾ ਟ੍ਰੇਡ ਹੈ ਕੀ। ਦੈਟ ਇਟਸੈਲਫ ਇਜ਼ ਏ ਬਿਗ ਸਟੋਰੀ ਟੂ ਬੀ ਡਿਸਕਸ ਸੈਪਰੇਟਲੀ। ਰਾਈਟ ਨਾਓ ਆਈ ਐਮ ਜਸਟ ਟਚਿੰਗ the basic issues. So the liquor trade, the sand trade and the land trade, ਹੋਇਆ ਕੀ ਹੈ, ਇੱਕ ਛੋਟਾ ਜਿਹਾ ਐਗਜ਼ਾਮਪਲ ਦਿਆਂਗਾ। 2002 ਵਿੱਚ ਸਾਡੀ ਮੋਹਾਲੀ ਵਿੱਚ ਲੈਂਡ ਐਕੁਇਜ਼ੀਸ਼ਨ ਪ੍ਰਾਈਸ ਬਾਈ ਦਾ ਗਵਰਨਮੈਂਟ ਵਾਸ 7 ਲੱਖ ਰੁਪਈਆ ਪਰ ਏਕੜ। ਮਾਰਕੀਟ ਵਿੱਚ 20 ਲੱਖ ਰੁਪਇਆ ਪਰ ਏਕੜ ਜ਼ਮੀਨ ਮਿਲਦੀ ਸੀਗੀ। 2007 ਵਿੱਚ ਜਦ ਨਵੀਂ ਗਵਰਨਮੈਂਟ ਆਈ ਉਹਨਾਂ ਨੇ ਉਹਦਾ ਰੇਟ ਚੱਕ ਕੇ 1.5 ਕਰੋੜ ਰੁਪਈਆ, 2 ਕਰੋੜ ਰੁਪਈਏ, 3.5-4 ਕਰੋੜ ਰੁਪਇਆ ਪਰ ਏਕੜ ਵੀ ਕੀਤਾ। ਲੈਂਡ ਪੂਲਿੰਗ ਪਾਲਿਸੀ ਵਗੈਰਾ ਜਿਹੜੀ ਚੱਲੀ ਹੈ ਉਹ ਤੇ ਅਲੱਗ ਹੈ, ਲੇਕਿਨ ਜਿਹੜੇ ਕੈਸ਼ ਦੇ ਕੇ ਐਕਵਾਇਰ ਕੀਤੇ। ਸੋ ਇਹਨੂੰ ਥੋੜਾ ਇਸ ਤਰ੍ਹਾਂ ਸਮਝੀਏ ਕਿ ਜਾਂ ਤੇ ਇਸ ਲੈਂਡ ਮਾਫੀਆ ਨੇ, ਕਿਉਂਕਿ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਸੀਗੀ ਕਿ ਕਿੱਥੇ ਸੜਕਾਂ ਬਣਨ ਵਾਲੀਆਂ ਨੇ, ਕਿੱਥੇ ਨਵੀਂ ਡਿਵੈਲਪਮੈਂਟ ਹੋਣ ਵਾਲੀ ਹੈ, ਉਹਨਾਂ ਨੇ ਉੱਥੇ ਲੈਂਡ ਐਕਵਾਇਰ ਕਰ ਲੈਣੀ। ਫਿਰ ਸਰਕਾਰ ਨੇ ਉਹਨਾਂ ਦੀ ਲੈਂਡ ਨੂੰ ਜਿਹੜੀ ਉਹਨਾਂ ਨੇ ਸਸਤੀ ਖਰੀਦੀ ਹੁੰਦੀ ਸੀਗੀ 10 ਲੱਖ ਰੁਪਏ, 20 ਲੱਖ ਰੁਪਏ, 25 ਲੱਖ ਰੁਪਏ ਏਕੜ, ਉਹਨੂੰ ਕਰੋੜਾਂ ਵਿੱਚ ਸਰਕਾਰ ਨੇ ਪੈਸੇ ਦੇ ਕੇ ਖਰੀਦਣਾ। GST ਦੀ ਗੱਲ ਕਰੀਏ ਤੇ GST ਪੂਰੇ ਹਿੰਦੁਸਤਾਨ ਵਿੱਚ। ਸੋ ਐਕਚੁਅਲੀ ਜੋ ਹੋਲ ਕਨਸੈਪਟ ਆਫ ਫੈਡਰਲਿਜ਼ਮ, ਜਿਹਦੇ ਵਿੱਚ ਹਰ ਸਟੇਟ ਆਪਣੇ ਆਪ ਇੰਪਾਵਰਡ ਹੈ ਫॉर ਸਰਟਨ ਥਿੰਗਸ, ਉਹਦੇ ਉੱਤੇ ਇੱਕ ਪੂਰੀ ਕੋਸ਼ਿਸ਼ ਹੁੰਦੀ ਹੈ ਸੈਂਟਰਲ ਗਵਰਨਮੈਂਟ ਦੀ ਕਿ ਉਹਨਾਂ ਦਾ ਆਪਣਾ ਇੱਕ ਅਧਿਕਾਰ ਬਣਿਆ ਰਹੇ, ਹੈ ਨਾ। ਸੋ GST ਹੈਜ਼ ਗਿਵਨ ਦੈਮ ਏ ਬਿਗੇਸਟ ਟੂਲ। ਉਹ ਹੁੰਦਾ ਕਿ ਸਾਰਾ ਟੈਕਸ ਉੱਥੇ ਪਹਿਲੇ ਕਲੈਕਟ ਹੁੰਦਾ ਹੈ, ਹੁਣ ਉਹਨੂੰ ਜਦੋਂ ਰਿਲੀਜ਼, ਮੇਰਾ ਅਧਿਕਾਰ ਹੈ ਜਿਹੜਾ ਮੈਨੂੰ ਪੈਸੇ ਮਿਲਣੇ ਚਾਹੀਦੇ ਨੇ, ਲੇਕਿਨ ਉਹ ਰਿਲੀਜ਼ ਕਰਨ ਤੋਂ ਪਹਿਲੇ ਉਹ ਤੁਹਾਡੀ ਕੋਈ ਲਾਇਬਿਲਿਟੀ ਖੜੀ ਹੈ, ਤੁਹਾਡਾ ਕੋਈ ਟੈਕਸ ਪੇ ਨਹੀਂ ਹੈ, ਉਹ 100 ਤਰ੍ਹਾਂ ਦੀ ਕੰਡੀਸ਼ਨਾਂ। ਸੈਂਟਰਲ ਗਵਰਨਮੈਂਟ ਸਾਰੀਆਂ ਪਾਵਰਸ ਆਪਣੇ ਕੋਲ ਰੱਖਣਾ ਚਾਹ ਰਹੀ ਹੈ, ਉਹ ਡਿਕਟੇਟ ਕਰਨਾ ਚਾਹ ਰਹੀ ਹੈ। ਉਹਦਾ ਇੱਕ ਪੋਲੀਟੀਕਲ ਰਿਸਪੌਂਸ ਤਾਂ ਬਹੁਤ ਵਧੀਆ ਹੋ ਸਕਦਾ ਹੈ ਅਗਰ ਸਾਡੇ ਉੱਤੇ ਡੈਟ ਟਰੈਪ ਨਾ ਹੋਵੇ। ਅਸੀਂ ਅਗਰ ਉਹਨਾਂ ਦੇ ਕਬਜ਼ੇ ਵਿੱਚ ਹੀ ਹਾਂ, ਉਹਨਾਂ ਦੀ ਹਰ ਗੱਲ ਮੰਨਾਂਗੇ। ਸੋ ਸਾਨੂੰ ਇਹ ਦੇਖਣਾ ਪਏਗਾ ਕਿ ਇੱਥੋਂ ਬਾਹਰ ਨਿਕਲਣ ਦਾ ਰਸਤਾ ਕੀ ਹੈ। ਹਾਂ, ਹੁਣ ਅਸੀਂ ਇਹ ਕਨਕਲੂਜਨ ਤੇ ਆ ਗਏ ਹਾਂ। ਨਾਓ ਦ ਫਾਈਨਲ ਪਾਰਟ ਕਿ ਮਕੜ ਜਾਲ 'ਚ ਅਸੀਂ ਫਸ ਗਏ। ਸਾਨੂੰ ਇਹ ਵੀ ਪਤਾ ਲੱਗ ਗਿਆ ਡੈਟ ਕਿਵੇਂ, ਹਿਸਟਰੀ ਵੀ ਸਾਨੂੰ ਪਤਾ ਲੱਗ ਗਈ
ਹੁਣ ਇਹ ਤੋਂ ਬਾਹਰ ਨਿਕਲਣ ਦਾ ਜਿਹੜਾ ਸਾਡੀ ਲਾਈਫ ਦੇ ਵਿੱਚ ਕੀ ਇਹ ਪੋਸੀਬਲ ਹੋ ਸਕਦਾ ਹੈ ਕਿ ਅਸੀਂ ਇਸ ਤੋਂ ਬਾਹਰ ਨਿਕਲ ਪਾਵਾਂਗੇ? ਇਹਦੇ ਬਾਰੇ ਦੱਸੋ ਵੀ ਇਹਦਾ ਨਿਵਾਰਨ ਕੀ ਹੈ ਹੁਣ? ਐਕਚੁਅਲੀ ਕੋਈ ਮੁਸ਼ਕਿਲ ਨਹੀਂ। ਸਾਡੀ ਸਾਰਿਆਂ ਨਾਲੋਂ ਵੱਡੀ ਖੂਬੀ ਇਹ ਹੈਗੀ ਹੈ ਕਿ ਅਸੀਂ ਪ੍ਰੋਡਕਸ਼ਨ ਵਿੱਚ nobody can beat us, whether it is industrial production, whether it is agriculture production. We are number one and we will remain number one. ਖਾਲੀ ਸਾਨੂੰ ਆਪਣੇ ਆਪ ਨੂੰ ਰੀਓਰੀਐਂਟ ਕਰਨਾ ਹੈ ਕਿ ਜਿਹੜੇ ਸਾਡੇ ਇਕਨੋਮਿਕ ਡਿਸੀਜ਼ਨ ਨੇ ਉਹ ਇਕਨੋਮਿਕ ਡਿਸੀਜ਼ਨ should not be left to the whims and fancies of the politicians or bureaucracy alone. This should be a structural reform are required so that these decisions are taken by the people who belong to that community. Agriculture sector vaste there should be a separate authority which takes decision. There should be separate for the industry, separate for trade. Agar asi decision making ਦੀ purity ਲਿਆ ਹੈ, ਉਹਦੇ ਵਿੱਚ sanctity ਲਿਆ ਹੈ, ਪੰਜਾਬ ਨੂੰ 3-4 ਸਾਲਾਂ ਵਿੱਚ ਅਸੀਂ ਬਾਹਰ